ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਹਾਏ 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 ਵਿੱਤ ਮੰਤਰੀ ਹਾਏ ਹਾਏ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਵਿੱਤ ਮੰਤਰੀ ਹਾਏ ਕਰੋ ਤੇ ਆਪਾਂ ਹਾਏ ਮੈਂ ਨਹੀਂ ਸੁਣਿਆ ਹਾਏ ਵਿੱਤ ਮੰਤਰੀ ਹਾਏ ਅਸੀਂ ਇਹ ਸਵਾਲ ਕਈ ਵਾਰ ਚੁੱਕਿਆ ਹੈ ਕਿ ਕਦੋਂ ਮੁੱਕਣਗੀਆਂ ਇਹ ਰਵਾਇਤਾਂ, ਮਤਲਬ ਸਰਕਾਰ ਦੇ ਲਾਰੇ ਤੇ ਮੁਲਾਜ਼ਮਾਂ ਦੀਆਂ ਹੜਤਾਲਾਂ। ਤੁਸੀਂ ਦੇਖ ਰਹੇ ਹੋ ਤਾਂ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਇਸ ਵੇਲੇ ਅਸੀਂ ਖੜੇ ਹਾਂ ਸਕੱਤਰੇਤ ਦੇ ਵਿੱਚ। ਕਹਿੰਦੇ ਨੇ ਕਿ ਕਿਸੇ ਵੀ ਇੰਜਨ ਤੋਂ ਬਿਨਾ ਗੱਡੀ ਨਹੀਂ ਚੱਲ ਸਕਦੀ। ਉਹ ਇੰਜਨ ਚਾਹੇ ਰੇਲ ਗੱਡੀ ਦਾ ਹੋਵੇ ਚਾਹੇ ਮੋਟਰ ਕਾਰ ਦਾ ਹੋਵੇ, ਠੀਕ ਉਵੇਂ ਹੀ ਬਿਨਾ ਮੁਲਾਜ਼ਮਾਂ ਤੋਂ ਕੋਈ ਵੀ ਸਰਕਾਰ ਨਹੀਂ ਚੱਲ ਸਕਦੀ। ਇਸ ਵੇਲੇ ਸਕੱਤਰੇਤ ਦੇ ਵਿੱਚ ਹੜਤਾਲ ਤੇ ਮੁਲਾਜ਼ਮ ਨੇ। ਸਾਂਝਾ ਮੁਲਾਜ਼ਮ ਮੰਚ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਜੀ ਵੀ ਬੈਠੇ ਨੇ ਤੇ ਨਾਲ ਮਨਦੀਪ ਸਿੱਧੂ ਜੀ ਵੀ ਨੇ, PSMSU ਦੇ ਜਨਰਲ ਸਕੱਤਰ। ਦੋਨਾਂ ਨਾਲ ਗੱਲਬਾਤ ਕਰਾਂਗੇ। ਭਾਜੀ 2 ਮਿੰਟ ਜੇ ਸਾਡੇ ਨਾਲ ਤੁਸੀਂ ਖੜੇ ਹੋ ਕੇ ਗੱਲਬਾਤ ਕਰ ਲਓ, ਤੁਸੀਂ ਵੀ, ਤੇ ਪੁੱਛਾਂਗੇ ਕਿ ਆਖਰ ਇਹ ਰਵਾਇਤਾਂ ਦਾ ਕਾਰਨ ਕੀ ਹੈ, ਕਿਉਂ ਨਹੀਂ ਇਹ ਰਵਾਇਤਾਂ ਮੁੱਕਦੀਆਂ। ਮੁਲਾਜ਼ਮਾਂ ਵੱਲ ਵੀ ਜ਼ਰੂਰ ਕੈਮਰਾ ਪਰਸਨ ਨੂੰ ਕਹਾਂਗਾ ਧਿਆਨ ਰੱਖਣ। ਭਾਜੀ ਬਿਨਾਂ ਇੰਜਨ ਤੋਂ ਗੱਡੀ ਕੋਈ ਵੀ ਨਹੀਂ ਚੱਲ ਸਕਦੀ, ਤੇ ਮੈਂ ਇੱਕ ਵਾਰ ਤੁਹਾਨੂੰ ਪਹਿਲਾਂ ਵੀ ਪੁੱਛਿਆ ਸੀ ਇਹ ਰਵਾਇਤਾਂ ਮੁੱਕਣੀਆਂ ਕਦੋਂ ਹੈ? ਸਰਕਾਰ ਦੇ ਲਾਰੇ ਨਹੀਂ ਮੁੱਕਦੇ ਤੇ ਮੁਲਾਜ਼ਮਾਂ ਦੀਆਂ ਹੜਤਾਲਾਂ ਨਹੀਂ ਮੁੱਕਦੀਆਂ। ਐਕਚੁਅਲੀ ਕੀ ਗੱਲ ਆ ਕਿ ਜਿਹੜਾ ਸਾਡਾ ਪੋਲੀਟੀਕਲ ਸਿਸਟਮ ਹੈਗਾ, ਜਾਂ ਕਹਿ ਲਓ ਕਿ ਇੱਕ ਸਾਡਾ ਆਮ ਸਿਸਟਮ ਹੈਗਾ, ਉਹ ਬਹੁਤ ਜ਼ਿਆਦਾ ਕਰਪਟ ਹੋ ਚੁੱਕਿਆ, ਉਹ ਨਿੱਜਵਾਦੀ ਹੋ ਚੁੱਕਿਆ। ਇਹ ਜਿਹੜਾ ਨਿੱਜਵਾਦ ਆ, ਇਸ ਨੇ ਸਾਨੂੰ ਜਿਹੜਾ ਸਾਡਾ ਸਾਰਾ ਸੱਭਿਆਚਾਰ ਆ, ਜਾਂ ਕਹਿ ਲਓ ਸਾਡਾ ਜਿਹੜਾ ਪੰਜਾਬ ਦਾ ਸਿਸਟਮ, ਉਹ ਖਤਮ ਕਰ ਦਿੱਤਾ ਹੈਗਾ। ਜਿੰਨੀ ਦੇਰ ਤੱਕ ਸਾਡਾ ਪੋਲੀਟੀਕਲ ਸਿਸਟਮ ਦੇ ਵਿੱਚੋਂ ਨਿੱਜਵਾਦ ਨਹੀਂ ਨਿਕਲਦਾ, ਉਨੀ ਦੇਰ ਤੱਕ ਕੁਛ ਨਹੀਂ ਹੋਣਾ। ਉੱਪਰ ਤੋਂ ਸਫਾਈ ਸ਼ੁਰੂ ਹੁੰਦੀ ਹੋਈ ਨੀਚੇ ਤੱਕ ਜਾਏਗੀ, ਲੇਕਿਨ ਹੋ ਕੀ ਰਿਹਾ, ਅਸੀਂ ਇਸ ਚੀਜ਼ ਨੂੰ ਸਮਝ ਨਹੀਂ ਰਹੇ। ਪੋਲੀਟੀਕਲ ਲੋਕ ਸਾਨੂੰ ਬੇਵਕੂਫ ਬਣਾਉਂਦੇ ਨੇ, ਲਾਰੇ ਲਾਉਂਦੇ ਨੇ। 4.5 ਸਾਲਾਂ ਤੋਂ ਸਾਨੂੰ ਚਲਾਰੇ ਲਾਉਂਦੇ ਰਹੇ। ਹੁਣ ਜਦੋਂ 4.5 ਸਾਲ ਹੋ ਗਏ ਤਾਂ ਇੱਕ ਨਵਾਂ ਗੇਮ ਪਲਾਨ ਕਰਕੇ ਚੰਨੀ ਸਾਹਿਬ ਨੂੰ CM ਸਾਹਿਬ ਬਣਾ ਦਿੱਤਾ ਗਿਆ। ਉਹ ਹੁਣ ਕਹਿੰਦੇ ਕਿ ਸਾਨੂੰ ਸਮਾਂ ਚਾਹੀਦਾ। ਮੈਂ ਅਜੇ ਬਣਿਆ, ਮੈਨੂੰ ਸਮਾਂ ਦੇ ਦਿਓ। ਹੁਣ ਸਮਾਂ ਦਿੱਤਾ ਗਿਆ, 1 ਮਹੀਨਾ ਹੋ ਗਿਆ, ਤੇ ਅਜੇ ਵੀ ਜਦੋਂ ਦੀਵਾਲੀ ਸਿਰ ਤੇ ਖੜੀ ਆ, ਤੇ ਦੀਵਾਲੀ ਦੇ ਤਿਉਹਾਰ ਤੇ ਪ੍ਰਾਈਵੇਟ ਕੰਪਨੀਆਂ ਵੀ ਕੁਛ ਨਾ ਕੁਛ ਆਪਣੇ EMPLOYEES ਨੂੰ ਜਿਹੜਾ ਉਹ ਦਿੰਦੀਆਂ ਨੇ, ਤੇ ਪੰਜਾਬ ਗੌਰਮੈਂਟ ਨੇ ਤਾਂ ਕੋਈ ਸੋਚ ਵਿਚਾਰ ਹੀ ਨਹੀਂ ਕੀਤਾ। ਇਸ ਤੋਂ ਦੁਖੀ ਹੋ ਕੇ ਜਿਹੜੀ PSMU ਦਾ ਐਕਸ਼ਨ ਸੀਗਾ 8 ਤਰੀਕ ਤੋਂ 8 ਅਕਤੂਬਰ ਤੋਂ ਚੱਲ ਰਿਹਾ ਸੀ, ਉਹਦੇ ਵਿੱਚ ਸਕੱਤਰੇਤ ਤੇ ਸਾਂਝਾ ਮੁਲਾਜ਼ਮ ਮੰਚ ਜਿਹੜਾ ਪੰਜਾਬ ਤੇ ਯੂਟੀ, ਉਹਦੇ ਵਿੱਚ ਮੋਹਾਲੀ ਤੇ ਚੰਡੀਗੜ੍ਹ ਦੇ ਦਫ਼ਤਰ ਵੀ ਅੱਜ ਪੂਰੀ ਤਰ੍ਹਾਂ ਸ਼ਾਮਿਲ ਹੋ ਗਏ ਨੇ। ਅੱਜ ਦੇ ਦਿਨ ਜਿਹੜਾ ਪੰਜਾਬ ਸਿਵਲ ਸੈਕਟਰ, ਚਾਹੇ ਉਹ ਪੰਜਾਬ ਸਿਵਲ 1 ਤੇ ਚਾਹੇ 2 ਆ, ਉਹਦੀ ਬਿਲਡਿੰਗ ਦੇ ਵਿੱਚ ਇਸ ਸਮੇਂ ਜਿਹੜੇ ਆ ਉੱਲੂ ਬੋਲ ਰਹੇ ਨੇ, ਤੇ ਕੋਈ ਵੀ ਬੰਦਾ ਅੰਦਰ ਨਹੀਂ ਹੈਗਾ, ਕੋਈ ਵੀ ਜਿਹੜਾ ਆਦਮੀ ਅੰਦਰ ਐਂਟਰ ਨਹੀਂ ਕਰ ਸਕਿਆ। ਇਸੇ ਤਰ੍ਹਾਂ ਡਾਇਰੈਕਟੋਰੇਟਾਂ ਦੇ ਵਿੱਚ ਵੀ ਪੂਰਨ ਕੰਮ ਬੰਦ ਆ, ਇਸ ਕਰਕੇ ਕਿ ਸਰਕਾਰ ਜਾਗੇ ਵੀ ਦੀਵਾਲੀ ਆਈ ਆ, ਮੁਲਾਜ਼ਮਾਂ ਨੂੰ ਕੁਝ ਦੇਣਾ। ਅਸੀਂ ਕੋਈ ਐਕਸਟਰਾ ਨਹੀਂ ਮੰਗ ਰਹੇ, ਜਿਵੇਂ ਆਮ ਕੰਪਨੀਆਂ ਜਿਹੜੀਆਂ ਹੈਗੀਆਂ ਕੁਝ ਇਨਸੈਂਟਿਵ ਦਿੰਦੀਆਂ ਜਾਂ ਕੋਈ ਹੋਰ ਚੀਜ਼ ਦਿੰਦੀਆਂ ਨੇ, ਅਸੀਂ ਐਕਸਟਰਾ ਤੇ ਮੰਗ ਨਹੀਂ ਰਹੇ। ਅਸੀਂ ਕਹਿੰਦੇ ਆ ਜੋ ਸਾਡੀਆਂ ਪੈਂਡਿੰਗ ਡਿਮਾਂਡਾਂ ਨੇ ਉਹੀ ਦੇ ਦਿਓ। ਜਿਹੜਾ ਸਾਡਾ 3-4 ਸਾਲ ਪੁਰਾਣਾ 3 ਸਾਲ ਪੁਰਾਣਾ ਜਿਹੜਾ DA ਆ, ਉਹਦੀਆਂ ਕਿਸ਼ਤਾਂ ਦੇ ਦਿਓ। ਖਹਿਰਾ ਸਾਹਿਬ, ਤੁਹਾਨੂੰ ਲੱਗਦਾ ਨਹੀਂ ਹੈ ਕਿ ਮੁਲਾਜ਼ਮਾਂ ਦੀ ਵੀ ਕਿਤੇ ਨਾ ਕਿਤੇ ਗਲਤੀ ਹੈਗੀ ਹੈ? ਤੁਹਾਡਾ ਏਕਾ ਨਹੀਂ ਬਰਕਰਾਰ ਰਹਿੰਦਾ। ਕਈ ਵਾਰ ਦੇਖਿਆ ਤੁਸੀਂ ਇਕੱਠੇ ਹੁੰਦੇ ਹੋ, ਫਿਰ ਅਲੱਗ-ਅਲੱਗ, ਜਿੱਦਾਂ ਤੁਸੀਂ ਹੁਣ ਕਹਿ ਰਹੇ ਹੋ ਬਈ PSMSU ਨੇ ਕਾਲ ਦਿੱਤੀ ਸੀ 8 ਤਰੀਕ ਤੋਂ ਚੱਲ ਰਹੀ ਹੈ, ਪਹਿਲਾਂ ਤੁਸੀਂ ਇਕੱਠੇ ਸੀ, ਹੁਣ ਅਲੱਗ-ਅਲੱਗ ਕਾਲਾਂ ਦੇ ਰਹੇ ਹੋ। ਇਹਦਾ ਗਲਤੀ ਮੁਲਾਜ਼ਮਾਂ ਦੀ ਵੀ ਹੈਗੀ ਹੈ? ਨਹੀਂ, ਬਿਲਕੁਲ। PSMSU ਜਿਹੜੀ ਆ ਉਹ ਮਨਿਸਟੀਰੀਅਲ ਕਾਡਰ ਆ, ਕਲੈਰੀਕਲ ਕਾਡਰ ਆ, ਉਹਦੀਆਂ ਕੁਝ ਵਿਭਾਗੀ ਮੰਗਾਂ ਵੀ ਹੈਗੀਆਂ, ਕੁਝ ਸਾਂਝੀਆਂ ਮੰਗਾਂ ਵੀ ਹੈਗੀਆਂ। ਉਹ ਮੰਗਾਂ ਨੂੰ ਲੈ ਕੇ ਜਿਹੜੀ PSMSU, ਉਹਦੇ ਕੋਲ ਸਭ ਤੋਂ ਵੱਡੀ ਤਾਕਤ ਹੈਗੀ ਆ ਹੜਤਾਲ, ਕਿਉਂਕਿ ਉਹ ਸਰਕਾਰ ਦਾ ਕੰਮ ਬੰਦ ਕਰ ਸਕਦੀ ਆ। ਉਹਨਾਂ ਨੇ 8 ਤਰੀਕ ਤੋਂ ਕੰਮ ਬੰਦ ਕਰਤਾ, ਲੇਕਿਨ ਜਦੋਂ ਦੇਖਿਆ ਕਿ ਸਰਕਾਰ ਨੇ ਅਜੇ ਤੱਕ ਕੋਈ ਯਾਦ ਹੀ ਨਹੀਂ ਆਇਆ, ਤੇ ਉਹਦੇ ਵਿੱਚ ਜਿੰਨ ਸੈਕਟਰੀਏਟ ਤੇ ਜੋ ਇਹ ਵੀ ਮਨਿਸਟੀਰੀਅਲ ਕਾਡਰ ਸੀ, ਪਾਰਟੀ ਇੱਕ ਉਹਨਾਂ ਦਾ, ਜੋ ਡਾਇਰੈਕਟੋਰੇਟ ਜੋ ਇਸ ਹੜਤਾਲ ਤੇ ਅਜੇ ਤੱਕ ਨਹੀਂ ਸੀ, ਸਾਰਿਆਂ ਨੇ ਫੈਸਲਾ ਲੈ ਲਿਆ ਕਿ PSMSU ਦੀ ਹੜਤਾਲ ਨੂੰ ਜਿਹੜਾ ਉਹ ਕਾਮਯਾਬ ਕੀਤਾ ਜਾ ਸਕੇ। ਜਿੱਥੋਂ ਤੱਕ ਏਕਤਾ ਦੀ ਗੱਲ ਆ, ਏਕਤਾ ਬਰਕਰਾਰ ਆ, ਲੇਕਿਨ ਕੁਝ ਆਈਡੀਓਲੋਜੀਕਲ ਜਿਹੜੇ ਡਿਫਰੈਂਸਿਸ ਆ ਉਹ ਹੁੰਦੇ ਨੇ। ਹਰ ਜਿਹੜੀ ਐਸੋਸੀਏਸ਼ਨ ਉਹਦੀ ਅਧਿਆਪਕਾਂ ਦਾ ਮੋਰਚਾ ਅਲੱਗ ਹੋ ਗਿਆ। ਤੁਸੀਂ ਪਟਿਆਲੇ ਬਹੁਤ ਵੱਡਾ ਇਕੱਠ ਕੀਤਾ ਸੀ, ਇਤਿਹਾਸਿਕ ਇਕੱਠ ਸੀ ਪਟਿਆਲੇ,
ਪਟਿਆਲੇ ਵਾਲੇ ਹੁਣ ਅਲੱਗ ਮਰਿੰਡੇ ਬੈਠੇ ਨੇ ਪੱਕਾ ਮੋਰਚਾ ਲਾ ਕੇ, ਤੁਸੀਂ ਹੁਣ ਚੰਡੀਗੜ੍ਹ ਆ ਗਏ ਹੋ। PSMU ਨੇ 8 ਤਰੀਕ ਤੋਂ ਕਾਲ ਦਿੱਤੀ ਹੋਈ ਹੈ, ਤੇ ਉਹ ਕੱਟ ਕਿੱਥੇ ਗਿਆ ਫਿਰ? ਬਿਲਕੁਲ, ਜਿਵੇਂ ਮੈਂ ਹੁਣੇ ਕਹਿ ਰਿਹਾ ਸੀ, ਇੱਕ ਤਾਂ ਆਈਡੀਓਲੋਜੀਕਲ ਥੋੜੀ ਜਿਹੀ ਪ੍ਰੋਬਲਮ ਆ। ਦੂਜੀ ਗੱਲ ਇਹ ਕਿ ਜਦੋਂ ਸਾਂਝਾ ਫਰੰਟ ਬਣਿਆ ਉਦੋਂ ਇੱਕ ਸਿਧਾਂਤ ਦਿੱਤਾ ਗਿਆ ਸੀਗਾ, ਇੱਕ ਇਹ ਕਿਹਾ ਗਿਆ ਸੀਗਾ ਕਿ ਸਿਧਾਂਤ ਇੱਕ ਹੋਣਾ ਚਾਹੀਦਾ, ਆਈਡੀਓਲੋਜੀ ਇੱਕ ਹੋਣੀ ਚਾਹੀਦੀ ਆ। ਕਿ ਗਲਤੀ ਕੀ ਆ? ਗਲਤੀ ਸਿਸਟਮ ਦੀ ਆ। ਤੇ ਸਿਸਟਮ ਕਿਵੇਂ ਸੁਧਰੂਗਾ? ਲੋਕ ਰਾਜ ਦੇ ਵਿੱਚ ਵੋਟਾਂ ਨਾਲ ਸੁਧਰੂਗਾ। ਤੇ ਵੋਟਰ ਕੀ ਕਰੇ? ਉਹ ਜਿਹੜੇ ਲੋਕ ਆ ਜਿਹੜੇ ਸਾਡਾ ਸ਼ੋਸ਼ਣ ਕਰ ਰਹੇ ਆ, ਉਹ ਸ਼ੋਸ਼ਣ ਬੰਦ ਕਰਨ ਲਈ ਉਹਨਾਂ ਨੂੰ ਹਰਾਇਆ ਜਾਵੇ। ਕੁਝ ਨਵੇਂ ਚਿਹਰੇ ਅੱਗੇ ਲਿਆਏ ਜਾਣ, ਕਿਉਂ ਨਾ ਮੁਲਾਜ਼ਮਾਂ ਦੇ ਵਿੱਚੋਂ ਹੀ ਉਹ ਚਿਹਰੇ ਆਏ ਜਾਣ। ਲੇਕਿਨ ਫਰੰਟ ਦੇ ਵਿੱਚ ਕੁਝ ਇਹੋ ਜਿਹੀਆਂ ਵੀ ਐਸੋਸੀਏਸ਼ਨਾਂ ਸੀ ਜਿਨ੍ਹਾਂ ਨੂੰ ਇਹ ਚੀਜ਼ ਹਜਮ ਨਹੀਂ ਹੋਈ, ਜਾਂ ਕਹਿ ਲਓ ਉਹ ਇਸ ਨੂੰ ਨਹੀਂ ਮੰਨਦੇ ਸੀ ਵੀ ਇਹ ਠੀਕ ਨਹੀਂ। ਸਾਡੀ ਜਿਹੜੀ ਗੱਲ ਆ ਉਹ ਡਿਮਾਂਡਾਂ ਦੇ ਉੱਤੇ ਡਿਪੈਂਡ ਰਹਿਣੀ ਚਾਹੀਦੀ ਆ। ਅਸੀਂ ਪੋਲੀਟੀਕਲੀ ਕੋਈ ਗੱਲਬਾਤ ਨਹੀਂ ਕਰਨੀ। ਤੁਸੀਂ ਕਿਹਾ ਕਿ PSMSU 8 ਤਰੀਕ ਤੋਂ ਹੜਤਾਲ ਤੇ ਹੈਗੀ ਹੈ। ਮਿਨਿਸਟਰੀਅਲ ਸਾਰਾ ਕੰਮਕਾਜ ਉਹ ਦੇਖਦੇ ਆ, ਕਹਿੰਦੇ 1 ਮਹੀਨੇ ਦਾ ਕਾਰਜਕਾਲ ਚੰਨੀ ਸਾਹਿਬ ਨੇ ਕੰਪਲੀਟ ਕੀਤਾ ਹੈ ਬਤੌਰ ਮੁੱਖ ਮੰਤਰੀ, ਤੇ ਜੇ 20 ਦਿਨਾਂ ਤੋਂ ਮਿਨਿਸਟਰੀਅਲ ਸਟਾਫ ਹੀ ਸਾਰਾ ਹੜਤਾਲ ਤੇ ਹੈ, ਤੇ ਕੰਮ ਕਿੱਥੇ ਹੋਇਆ ਫਿਰ? ਕੰਮ ਕਰਨ ਦੇ ਤਰੀਕੇ ਨੇ ਜਿਹੜੇ ਸਰਕਾਰਾਂ ਕੋਲ ਹੋਰ ਵੀ ਬੜੇ ਲੱਭ ਲੈਂਦੇ ਨੇ ਜੀ। ਜਿੱਦਾਂ ਹੁਣ ਸਰਕਾਰਾਂ ਨੇ ਕੀ ਕੀਤਾ ਵੀ ਇੱਕ ਪ੍ਰਾਈਵੇਟੇਸ਼ਨ ਨੂੰ ਜਿਹੜਾ ਬੜਾਵਾ ਦਿੰਦੇ ਹੋਏ ਕੰਟਰੈਕਚੁਅਲ ਤੇ ਆਊਟਸੋਰਸਿੰਗ ਤੇ ਸਟਾਫ ਆ ਜਿਹੜਾ ਉਹ ਰੱਖਿਆ ਹੋਇਆ। ਉਸ ਸਟਾਫ ਨੂੰ ਜਾਂ ਉਹਨਾਂ ਨੂੰ ਡਰਾਬਾ ਦੇ ਕੇ ਵੀ ਉਹ ਕੰਮ ਕਿਸੇ ਨਾ ਕਿਸੇ ਪਾਸਿਓਂ ਜਿਹੜੀ ਆ ਲੀਕਿੰਗ ਉਹ ਕਰਵਾਈ ਜਾ ਰਹੇ ਨੇ। ਬਾਕੀ ਜਿਹੜਾ ਮੇਨ ਕੰਮ ਆ ਮਿਨਿਸਟਰੀਅਲ ਕੰਮ ਇਹਦਾ ਉਹ ਕੋਈ ਵੀ ਨਹੀਂ ਕਰ ਰਿਹਾ, ਉਹ ਸਾਰਾ ਜਾਮ ਹੈ। ਚਾਹੇ ਉਹ DC ਦਫ਼ਤਰ ਨੇ, ਚਾਹੇ ਉਹ ਸਿੰਚਾਈ ਵਿਭਾਗ ਹੈ, ਚਾਹੇ ਉਹ ਹੋਰ PWD ਹੈ, B&R ਹੈ, ਜਿੰਨੇ ਵੀ ਤੁਸੀਂ ਕਿਹਾ ਸਰਕਾਰਾਂ ਕੋਲ ਤਰੀਕੇ ਬਹੁਤ ਹੁੰਦੇ ਨੇ ਕੰਮ ਕਢਵਾਉਣ ਦੇ, ਤੁਹਾਡੀਆਂ ਮੰਗਾਂ ਵਾਲੇ ਪਾਸੇ ਤਰੀਕੇ ਖਤਮ ਹੋ ਜਾਂਦੇ ਨੇ? ਉਹ ਤਾਂ ਬਿਲਕੁਲ ਹੁੰਦੇ ਨੇ ਜੀ। ਸਰਕਾਰਾਂ ਚਾਲਾਂ ਚੱਲਦੀਆਂ ਆਉਂਦੀਆਂ ਨੇ ਤੇ ਆਪਣੀਆਂ ਜਿਹੜੀਆਂ ਰਣਨੀਤੀਆਂ ਨੇ ਉਹ ਮੁਲਾਜ਼ਮ ਵਿਰੋਧੀ ਨੇ, ਉਹ ਹਮੇਸ਼ਾ ਬਣਾਉਂਦੀਆਂ ਆ ਰਹੀਆਂ ਨੇ ਤੇ ਉਹਨੂੰ ਇੰਪਲੀਮੈਂਟ ਵੀ ਕਰਦੇ ਨੇ। ਤੇ ਮੁਲਾਜ਼ਮਾਂ ਦੇ ਨਾਲ, ਜਥੇਬੰਦੀਆਂ ਦੇ ਨਾਲ ਮੀਟਿੰਗਾਂ ਦੇ ਵਿੱਚ ਵਾਅਦੇ ਕਰਕੇ ਵੀ ਮੁੱਕਰਦੀਆਂ ਨੇ। ਜਿਹੜਾ ਇਹਨਾਂ ਨੂੰ ਆਫੀਸਰ ਸਾਹਿਬਾਨ ਦੀ, ਕਮੇਟੀ ਆਫ ਮਿਨਿਸਟਰ ਸਾਹਿਬਾਨ ਦੀ ਮੀਟਿੰਗ 'ਚ ਵੀ ਕਿਹਾ ਗਿਆ ਵੀ ਜਿਹੜਾ ਬੇਭਰੋਸਗੀ ਹੋਈ ਹੈ ਉਹ ਸਰਕਾਰਾਂ ਕਰਕੇ ਹੋਈ ਹੈ ਮੁਲਾਜ਼ਮਾਂ ਤੇ ਇਹਨਾਂ ਦੇ ਵਿੱਚ। ਹੁਣ ਮੈਂ ਤੁਹਾਨੂੰ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਤੁਹਾਡੇ ਜਰੀਏ ਆਪਣੇ ਸਾਥੀਆਂ ਨਾਲ। 18 ਤਰੀਕ ਨੂੰ ਸਾਡੀ ਮੀਟਿੰਗ ਹੋਈ ਸੀਗੀ ਸਰਕਾਰ ਦੇ ਨਾਲ PSMSU ਦੀ। ਉਸ ਦੇ ਵਿੱਚ ਕੁਝ ਕੁ ਨੋਟੀਫਿਕੇਸ਼ਨ ਨੇ ਜਿਹੜੇ ਉਹ 24 ਘੰਟੇ ਦੇ ਵਿੱਚ ਗਵਰਨਮੈਂਟ ਨੇ ਭਰੋਸਾ ਦਿਵਾਇਆ ਸੀ ਵੀ ਇਸ ਕਰਾਂਗੇ। 18 ਤਰੀਕ ਤੋਂ ਲੈ ਕੇ ਅੱਜ 27 ਤਰੀਕ ਹੋ ਗਈ ਹੈ, ਉਹ 24 ਘੰਟੇ ਅਜੇ ਤੱਕ ਸਰਕਾਰ ਦੇ ਨਹੀਂ ਆਏ। ਉਹ ਦੇਖਣਾ ਕਿ ਜੇ ਸਰਕਾਰ ਦੀ ਘੜੀ ਦਾ ਸੈੱਲ ਨਾ ਮੁੱਕਿਆ ਹੋਵੇ। ਕੋਈ ਗੱਲ ਨਹੀਂ ਜੀ, ਸੈੱਲ ਪਾਉਣੇ ਵਾਲੇ ਤਾਂ ਬਥੇਰੇ ਨੇ। ਹੁਣ ਸੈਕਟਰੀਏਟ ਨੇ ਜਿਹੜਾ ਇੱਕ ਸੈੱਲ ਪਾਤਾ ਉਹਨਾਂ ਦੀ ਘੜੀ ਦੇ ਵਿੱਚ, ਉਹ ਟਿਕ ਕਰ ਰਿਹਾ ਹੈ, ਹਰ ਘੰਟੇ ਟਿਕ ਹੋ ਰਹੀ ਹੈ। ਜਦੋਂ ਪੂਰਾ ਸੈਕਟਰੀਏਟ, ਮਿਨੀ ਸੈਕਟਰੀਏਟ ਤੇ ਡਾਇਰੈਕਟੋਰੇਟ ਪੂਰੇ ਜਾਮ ਨੇ। ਹੁਣ ਜਿੰਨੇ ਵੀ ਪੰਜਾਬ ਸਰਕਾਰ ਦਾ ਤੰਤਰ ਹੈ, ਸਰਕਾਰ ਇੱਕ ਨਾਮ ਦੀ ਸਰਕਾਰ ਹੈ, ਚੱਲ ਨਹੀਂ ਰਹੀ, ਖੜੀ ਹੈ ਬਿਲਕੁਲ। ਜਿਹੜਾ ਚੱਕਾ ਉਹ ਪੂਰਾ ਜਾਮ ਆ, ਔਰ ਉਨੀ ਦੇਰ ਤੱਕ ਜਾਮ ਰਹੂਗਾ ਜਿੰਨੀ ਦੇਰ ਤੱਕ ਪੰਜਾਬ ਸਰਕਾਰ ਮੁਲਾਜ਼ਮ ਮੰਗਾਂ ਪ੍ਰਤੀ ਨੋਟੀਫਿਕੇਸ਼ਨ ਨਹੀਂ ਜਾਰੀ ਕਰਦੀ। ਔਰ ਇਹ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਵੀ ਦੱਸਣਾ ਚਾਹੁੰਦਾ ਸਰਕਾਰ ਨੂੰ ਵੀ ਇਹ ਡਿਮਾਂਡਾਂ ਨਹੀਂ ਹੈਗਾ ਮੁਲਾਜ਼ਮਾਂ ਦੀਆਂ, ਇਹ ਉਹ ਕੰਮ ਨੇ ਜਿਹੜੇ ਸਰਕਾਰਾਂ ਨੂੰ ਆਪ ਮੁਹਾਰੇ ਕੀਤੇ ਜਾਣੇ ਚਾਹੀਦੇ ਸੀਗੇ। ਮੇਨ ਮੰਗਾਂ ਹੈਗੀਆਂ ਜਿਹੜਾ ਸਾਡਾ ਯੂਥ ਹੈ ਭਰਤੀ ਹੋਣੇ ਵਾਲਾ ਹੈ, ਜਿਹੜੇ ਉਹਨਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਸਰਕਾਰਾਂ ਵੱਲੋਂ, ਇਹ ਮੇਨ ਉਹਨਾਂ ਲਈ ਆ। ਚਾਹੇ ਪੁਰਾਣੀ ਪੈਨਸ਼ਨ ਸਕੀਮ ਹੋਵੇ, ਚਾਹੇ ਪੰਜਾਬ ਦੇ ਸਕੇਲ ਹੋਣ, ਚਾਹੇ ਜਿਹੜਾ 16 ਤੋਂ ਬਾਅਦ ਭਰਤੀ ਮੁਲਾਜ਼ਮਾਂ ਦਾ ਜਿਹੜਾ ਆਪਣੇ ਫੈਕਟਰ ਹੈ ਉਹਨਾਂ ਨੂੰ ਪੇ ਕਮਿਸ਼ਨ ਦਾ ਉਹ ਹੋਵੇ, ਚਾਹੇ 15% ਵਾਲੇ ਸਾਥੀਆਂ ਨੂੰ ਜਿਹੜਾ ਏਰੀਅਰ ਆ ਉਹ ਦੇਣਾ ਹੋਵੇ। ਪਰ ਸਰਕਾਰਾਂ ਕੁਝ ਨਹੀਂ ਕਰਦੀਆਂ। ਨਵੇਂ ਸਾਥੀਆਂ ਲਈ ਜਿਹੜਾ ਡਿਮਾਂਡਾਂ ਨੇ ਉਹ ਵੱਧ ਨੇ। ਯੂਥ ਲਈ ਆ ਜਿਹੜੀਆਂ ਐਸੋਸੀਏਸ਼ਨਾਂ, ਜਥੇਬੰਦੀਆਂ, ਉਹ ਆਪਣੇ ਯੂਥ ਨੂੰ ਸਾਂਭਣ ਲਈ ਉਹ ਲੜਾਈ ਕਰ ਰਹੀਆਂ ਨੇ। ਕਹਿੰਦਾ ਸਾਹਿਬ, ਤੁਹਾਨੂੰ ਮੈਂ ਇੱਕ ਵਾਰ ਪਹਿਲਾਂ ਵੀ ਇਹ ਪੁੱਛਿਆ ਸੀ, ਆਮ ਲੋਕਾਂ 'ਚ ਇਹ ਕਈ ਵਾਰ ਤਸਵੀਰ ਜਾਂਦੀ ਆ ਵੀ ਸਰਕਾਰੀ ਮੁਲਾਜ਼ਮਾਂ ਨੂੰ ਤਾਂ ਪਹਿਲਾਂ ਹੀ ਤਨਖਾਹਾਂ ਬਹੁਤ ਨੇ, ਇਹ ਫਿਰ ਹੜਤਾਲਾਂ 'ਤੇ ਬੈਠੇ ਰਹਿੰਦੇ ਨੇ, ਰੋਜ਼ ਦੇਖੋ ਹੜਤਾਲ 'ਤੇ ਹੁੰਦੇ ਨੇ। ਇਹਦੇ ਵਿੱਚ ਕੀ ਗੱਲ ਆ, ਚਾਹੇ ਇਹ ਲੋਕ ਜਿਹੜੇ ਇਹ ਚੀਜ਼ਾਂ ਦੇ ਸਵਾਲ ਕਰਦੇ ਨੇ ਉਹ ਵੀ ਗਵਰਨਮੈਂਟ ਦੇ ਪਿੱਠੂ ਹੀ ਹੁੰਦੇ ਨੇ। ਗੱਲ ਇਹ ਵੀ ਜੇ ਸਮਾਜ ਦੇ ਵਿੱਚੋਂ ਕਿਸੇ ਦਾ ਬੱਚਾ ਨੌਕਰੀ ਵਿੱਚ ਆਂਦਾ ਤੇ ਉਹਨੂੰ ਪੂਰੀ ਤਨਖਾਹ ਨਾ ਦਿੱਤੀ ਜਾਵੇ, ਉਹਨੂੰ 3 ਸਾਲ ਉਹਦਾ ਸ਼ੋਸ਼ਣ ਕੀਤਾ ਜਾਵੇ, ਜਾਂ ਉਹਨੂੰ ਜਿਹੜੀ ਆ ਪੈਨਸ਼ਨ ਮਿਲਣੀ ਚਾਹੀਦੀ ਉਹ ਨਾ ਦਿੱਤੀ ਜਾਵੇ, ਤਾਂ ਉਹ ਰੋਊਗਾ, ਉਹ ਤੜਫੂਗਾ। ਤੇ ਉਹਨਾਂ ਨਾਲ ਖੜਨਾ ਐਸੋਸੀਏਸ਼ਨ ਦਾ ਕੰਮ ਆ। ਉੱਥੋਂ ਜਦੋਂ ਸਾਨੂੰ ਡੀਅਰਨੈਸ ਅਲਾਊਂਸ DA ਦੇਣ ਦਾ, ਅੱਜ ਤੋਂ ਜਦੋਂ ਦੀ 54-55 ਤੋਂ ਚੱਲ ਰਿਹਾ ਹੈਗਾ ਸਿਸਟਮ ਵੀ ਜਦੋਂ ਤੋਂ ਮੁਲਾਜ਼ਮ ਭਰਤੀ ਕੀਤੇ ਗਏ ਮੈਨੂੰ DA ਦੇਣਾ ਵਾ, ਮਹਿੰਗਾਈ ਭੱਤਾ, ਤੇ ਜੇ ਉਹ ਹੁਣ ਆ ਕੇ ਨਹੀਂ ਦੇਣਗੇ ਤਾਂ ਮੁਲਾਜ਼ਮ ਰੋਣਗੇ, ਰੌਲਾ ਪਾਣਗੇ। ਸੋ ਆਪਣਾ ਹੱਕ ਛੱਡਣਾ ਤਾਂ ਬੁਜ਼ਦਿਲ ਦੀ ਨਿਸ਼ਾਨੀ ਆ।
ਤੇ ਇਹ ਮੁਲਾਜ਼ਮ ਵਰਗ ਬੁਜ਼ਦਿਲ ਨਹੀਂ, ਉਹ ਆਪਣਾ ਹੱਕ ਲਏਗਾ। ਲੋਕਾਂ ਨੂੰ ਸਮਝਣਾ ਚਾਹੀਦਾ ਵੀ ਇਹ ਲੜਾਈ ਤੁਹਾਡੀ ਵੀ ਆ। ਜੇਕਰ ਤੁਹਾਡੇ ਬੱਚਿਆਂ ਨੂੰ ਪੂਰੀਆਂ ਤਨਖਾਹਾਂ ਨਹੀਂ ਮਿਲਣਗੀਆਂ, ਕੱਲ ਨੂੰ ਤੁਸੀਂ ਸਾਡੇ ਆ ਕੇ ਕੱਪੜੇ ਪਾੜਨੇ ਆ, ਆਪਣੇ ਲਈ ਤੇ ਲੈ ਲਿਆ, ਹੁਣ ਸਾਡੇ ਬੱਚਿਆਂ ਦੀ ਵਾਰੀ ਆਈ ਤੇ ਕਿਉਂ ਨਹੀਂ। ਜੇ ਰੀਸਟਰਕਚਰਿੰਗ ਕਰਕੇ ਪੋਸਟਾਂ ਖਤਮ ਕਰ ਦੇਣਗੇ ਤੇ ਰੁਜ਼ਗਾਰ ਸਮਾਜ ਦੇ ਵਿੱਚੋਂ ਆਉਣ ਵਾਲੇ ਉਹ ਉਹਨਾਂ ਦੇ ਬੱਚਿਆਂ ਨੂੰ ਨਹੀਂ ਮਿਲਣਾ। ਜਿਹੜੇ ਰੌਲਾ ਪਾ ਰਹੇ ਨੇ ਉਹ ਕੌਣ ਨੇ? ਉਹ ਜਿਹੜੇ ਪਾਰਟੀਆਂ ਪੋਲੀਟੀਕਲ ਉਹਨਾਂ ਦੇ ਪਿੱਟੂ ਨੇ, ਉਹਨਾਂ ਦੇ ਪਿੱਛੇ ਲੱਗ ਕੇ ਆਪਣਾ ਨੁਕਸਾਨ ਕਰਾ ਰਹੇ ਨੇ, ਜਦ ਕਿ ਉਹਨਾਂ ਨੂੰ ਸਾਡਾ ਵੀ ਸਾਥ ਦੇਣਾ ਚਾਹੀਦਾ, ਕਿਸਾਨਾਂ ਦਾ ਵੀ ਸਾਥ ਦੇਣਾ ਚਾਹੀਦਾ, ਮਜ਼ਦੂਰਾਂ ਦਾ ਵੀ ਸਾਥ ਦੇ ਦੇਣਾ ਚਾਹੀਦਾ। ਅਸੀਂ ਸਾਰੇ ਇਕੱਠੇ ਹਾਂ ਔਰ ਸਾਡੇ ਵਿੱਚ ਕੋਈ ਵਿਤਕਰਾ ਨਹੀਂਗਾ। ਸੋ ਜਿਹੜੇ ਬਿੱਲ ਆ ਉਹਦਾ ਅਸਰ ਹਰ ਸ਼ਹਿਰੀ ਤੇ ਆ, ਤੇ ਜਿਹੜੀ ਪੰਜਾਬ ਸਰਕਾਰ ਦੀਆਂ ਪਾਲਿਸੀਆਂ ਮੁਲਾਜ਼ਮ ਵਿਰੋਧੀ, ਇਹਦਾ ਵੀ ਕਿਤੇ ਨਾ ਕਿਤੇ ਇੰਪੈਕਟ ਆਮ ਸਮਾਜ ਤੇ ਪੈਂਦਾ। ਸੋ ਉਹਦਾ ਜਿਹੜਾ ਉਹਨੂੰ ਕਿਸੇ ਨੇ ਰਾਜਨੀਤਿਕ ਤੌਰ ਤੇ, ਸਮਾਜਿਕ ਤੌਰ ਤੇ, ਰੈਲੀਆਂ ਦੇ ਜ਼ਰੀਏ, ਧਰਨੇ ਹੜਤਾਲਾਂ ਦੇ ਜ਼ਰੀਏ ਉਹਨੂੰ ਕਰਨਾ ਪਏਗਾ। ਤੁਹਾਡੀ ਗੱਲ ਉਹਨਾਂ ਵਿੱਚ ਇਨਕੰਪਲੀਟ ਰਹਿ ਗਈ। ਜੋ ਪੱਕਾ ਮੋਰਚਾ ਲੱਗਿਆ ਉਹ ਆਪਣਾ ਕੰਮ ਕਰ ਰਿਹਾ, ਕਿਉਂਕਿ ਉਹ ਐਕਸਪਰਟ ਨੇ ਮੋਰਚੇ ਲਗਾਉਣ ਦੇ, ਅਸੀਂ ਐਕਸਪਰਟ ਨੇ ਹੜਤਾਲਾਂ ਦੇ। ਕਿਉਂਕਿ ਜੇ ਹੜਤਾਲ ਹੋਊਗੀ ਸਰਕਾਰ ਦਾ ਕੰਮ ਰੁਕੂਗਾ, ਜੇ ਪੱਕਾ ਮੋਰਚਾ ਲੱਗੂਗਾ ਤਾਂ ਬਾਰ-ਬਾਰ ਸਰਕਾਰ ਨੂੰ ਟਸ-ਟਸ ਹੋਏਗੀ। ਸੋ ਉਹ ਆਪਣੀ ਜਿਹੜਾ ਵਾ ਅਦਾ ਕਰ ਰਹੇ ਨੇ, ਜਿਹੜੀ ਉਹਨਾਂ ਦਾ ਰੋਲ ਆ, ਤੇ ਅਸੀਂ ਆਪਣਾ ਰੋਲ ਅਦਾ ਕਰ ਰਹੇ ਹਾਂ। ਅਸੀਂ ਇੱਕ ਆ, ਸਾਡੇ 'ਚ ਕੋਈ ਨਹੀਂ। ਹਾਂ, ਜਿਵੇਂ ਮੈਂ ਕਿਹਾ, ਸਾਡੇ 'ਚ ਆਈਡੀਓਲੋਜੀਕਲ ਜਿਹੜੀ ਆ ਡਿਫਰੈਂਸਿਸ ਹੈਗੀ। ਕੋਈ ਕਮਿਊਨਿਸਟ ਵਿਚਾਰਧਾਰਾ ਨੂੰ ਮੰਨਦਾ, ਕੋਈ ਗੁਰਬਾਣੀ ਦੀ ਵਿਚਾਰਧਾਰਾ ਨੂੰ ਮੰਨਦਾ, ਕੋਈ ਹਿੰਦੂਇਜ਼ਮ ਨੂੰ ਮੰਨਦਾ, ਕੋਈ ਸਿੱਖੀਜ਼ਮ। ਸੋ ਉਹ ਚੱਲਦੀਆਂ ਰਹਿਣਗੀਆਂ, ਲੇਕਿਨ ਸਾਡੀ ਲੜਾਈ ਜਿਹੜੀ ਹੈ ਸਰਕਾਰ ਦੀ ਉਹ ਇਕੱਠੀ ਆ। ਅਸੀਂ ਇਕੱਠੇ ਆ, ਸਾਡੇ ਵਿੱਚ ਕੋਈ ਵਿਤਕਰਾ। ਤੁਸੀਂ ਕਿਹਾ ਅਸੀਂ ਇਕੱਠੇ ਹਾਂ ਤੇ ਸਾਡੇ 'ਚ ਕੋਈ ਵਿਤਕਰਾ ਨਹੀਂ, ਚੰਗੀ ਗੱਲ ਹੈ। ਲੇਕਿਨ ਵਿੱਚ ਜੇ ਸੁਖਪਾਲ ਸਿੰਘ ਖਹਿਰਾ ਜੀ ਵੀ ਛਪਨ ਹੋ ਗਏ ਸੀ, ਦਿਖਦੇ ਘੱਟ ਸੀ, ਕਾਰਨ ਕੀ ਸੀ? ਉਹਦੇ ਵਿੱਚ ਕੀ ਸੀਗੀ, ਉਸ ਸਮੇਂ ਡਿਫਰੈਂਸਿਸ ਕੁਝ ਜ਼ਿਆਦਾ ਵੱਧ ਰਹੇ ਸੀਗੇ। ਜਿਹੜੀ ਮੇਰੀ ਆਈਡੀਓਲੋਜੀ ਸੀਗੀ, ਜਿਹੜੀ ਮੇਰੀ ਸੋਚ ਸੀ, ਜਿਹਦੇ ਨਾਲ ਮੈਂ ਸਾਡੀ ਪੂਰੀ ਟੀਮ ਵਰਕ ਕਰ ਰਹੀ ਸੀਗੀ ਕਿ ਸਾਨੂੰ ਪੋਲੀਟੀਕਲੀ ਤੌਰ ਤੇ ਘੇਰਨਾ ਚਾਹੀਦਾ। ਸਭ ਤੋਂ ਪਹਿਲੇ ਸਾਡੀ ਹੀ ਟੀਮ ਨੇ ਇਹ ਗੱਲ ਅੱਗੇ ਰੱਖੀ ਸੀ ਕਿ ਸਾਡੀ ਜਿਹੜੀ ਵੋਟ ਬੈਂਕ ਆ ਉਹ 50 ਲੱਖ ਆ। ਅਸੀਂ 50 ਲੱਖ ਵੋਟ ਬੈਂਕ ਨਾਲ ਇਹਨਾਂ ਨੂੰ ਕੈਪਚਰ ਕਰਾਂਗੇ, ਹਰਾਵਾਂਗੇ, ਇਹਨਾਂ ਦੀਆਂ ਗੋਟਨੀਆਂ ਲਵਾਵਾਂਗੇ ਤੇ ਆਪਣੇ ਹੱਕ ਲਵਾਂਗੇ, ਪੰਜਾਬ ਬਦਲਾਂਗੇ। ਲੇਕਿਨ ਸਾਡੇ ਵਿੱਚ ਜਿਹੜੀ ਫਰੰਟ ਦੇ ਵਿੱਚ ਕੁਝ ਐਸੋ ਉਹਨਾਂ ਨੂੰ ਇਹ ਚੀਜ਼ ਜਿਹੜੀ ਆ ਪਸੰਦ ਨਹੀਂ ਆਈ। ਉਹ ਕਹਿੰਦੇ ਵੀ ਅਸੀਂ ਪੋਲੀਟੀਕਲ ਗੱਲ ਤੁਸੀਂ ਨਾ ਕਰੋ। ਮੈਂ ਕਹਿੰਦੇ ਤੁਸੀਂ ਪੋਲਿਟਿਕਸ 'ਚ ਆਓ, ਕਹਿੰਦੇ ਨਾ ਆਓ। ਤਾਂ ਉਹਨਾਂ ਦੇ ਕੁਝ ਸਾਥੀਆਂ ਵੱਲੋਂ ਕਾਫੀ ਅਟੈਕ ਕੀਤੇ ਗਏ ਕਿ ਖੈਰ ਆ ਤਾਂ ਇਲੈਕਸ਼ਨ ਲੜਨੀ ਚਾਹੁੰਦਾ, ਇਹ ਕਿਸੇ ਪਾਰਟੀ ਵੱਲੋਂ ਇਹਨੂੰ MLA ਦੀ ਟਿਕਟ ਮਿਲਣੀ ਹੈ। ਸੋ ਮੈਂ ਟਿਕਟ ਆਪਣੇ ਲਈ ਨਹੀਂ, ਮੈਂ ਕਹਿੰਦਾ ਤੁਸੀਂ ਸਾਰਿਆਂ ਨੂੰ ਟਿਕਟ ਲਓ। ਕਿਉਂ ਅਸੀਂ ਚੋਰਾਂ ਦੇ ਹੱਥ 'ਚ ਆਪਣਾ ਰਾਜ, ਆਪਣੀ ਸਟੇਟ, ਆਪਣਾ ਸਮਾਜ ਫੜਾਇਆ ਹੋਇਆ? ਕਿਸੇ ਦੇ ਉੱਤੇ ਦੋਸ਼ ਨਾ ਦਿਓ, ਆਪ ਕਰੋ। ਲੇਕਿਨ ਹੁਣ ਦੀਵਾਲੀ ਨੂੰ ਦੇਖਦੇ ਹੋਏ ਤੇ ਆਪਣੇ ਮਨਿਸਟੀਰੀਅਲ ਕਾਡਰ ਨੂੰ ਦੇਖਦੇ ਹੋਏ ਮੈਨੂੰ ਫਿਰ ਫਰੰਟ ਫੁੱਟ ਤੇ ਨਾਲ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਉਣਾ ਪਿਆ ਵੀ ਚਲੋ ਕਿੰਨੀ ਦੇਰ ਬੈਕ ਫੁੱਟ ਤੇ ਰਵਾਂਗੇ। ਬੋਲਣ ਵਾਲੇ ਨੇ ਬੋਲਦੇ ਰਹਿਣਾ, ਚਾਹੇ ਉਹ 5% ਵੀ ਨਹੀਂ ਸੀਗੇ। ਆਓ ਆਪਾਂ ਅੱਗੇ ਹੋਈਏ। ਸੋ ਉਹਨਾਂ ਸਾਥੀਆਂ ਨੂੰ ਵੀ ਆ ਵੀ ਸੋਚ ਇਕੱਠੇ ਹੋਣ ਦੀ ਇੱਕ ਆ, ਜਿਹੜੀ ਸਰਵ ਸਨਮਾਨਿਤ ਸੋਚ ਹੋਏਗੀ, ਜਿਹੜੇ ਸਾਰਿਆਂ ਨੂੰ ਇਕੱਠਾ ਕਰਦੀ ਹੋਏਗੀ। ਜਿਹਦੀ ਇੱਕ ਦੀ ਮੰਗ ਹੋਗੀ ਉਹ ਪਿੱਛੇ ਹਟ ਗਿਆ। ਮੰਨ ਲਓ ਕੱਚੇ ਮੁਲਾਜ਼ਮ ਪੱਕੇ ਹੋ ਗਏ, ਪਿੱਛੇ ਹੋ ਗਏ, ਆਊਟਸੋਰਸ ਵਾਲੇ ਅੱਗੇ, ਆਊਟਸੋਰਸ ਅੱਗੇ, ਉਹ ਪਿੱਛੇ ਚਲੇ ਗਏ, DA ਮਿਲ ਗਿਆ, ਪੱਕੇ ਪਿੱਛੇ ਚਲੇ ਗਏ, ਪੈਨਸ਼ਨ ਮਿਲ ਗਈ। ਇਹ ਤਾਂ ਅਸੀਂ ਖਿੱਲਰਦੇ ਜਾਵਾਂਗੇ। ਸਾਂਝੀ ਸੋਚ ਕੀ ਆ? ਸਾਂਝੀ ਸੋਚ ਇਹ ਆ ਅਸੀਂ ਸਿਸਟਮ ਬਦਲੀਏ। ਜਿਸ ਸਿਸਟਮ ਦੇ ਤਹਿਤ ਸਾਡਾ ਸ਼ੋਸ਼ਣ ਹੋ ਰਿਹਾ, ਜਿੱਦਣ ਉਹ ਸਿਸਟਮ ਬਦਲ ਗਿਆ ਉਦੋਂ ਸਾਡਾ ਸ਼ੋਸ਼ਣ ਨਹੀਂ ਹੋਏਗਾ। ਸੋ ਇਹ ਸੋਚ ਰੱਖਾਂਗੇ ਤਾਂ ਅਸੀਂ ਇਕੱਠੇ ਰਵਾਂਗੇ। ਇਹ ਸੋਚ ਸਾਂਝੇ ਮੁਲਾਜ਼ਮ ਮੰਚ ਦੀ ਹੈ। ਇਸ ਕਰਕੇ ਸਾਂਝਾ ਮੁਲਾਜ਼ਮ ਮੰਚ ਨੂੰ ਹੁਣ ਇੱਕ ਵਾਰੀ ਫਿਰ ਐਕਟੀਵੇਟ ਕਰਤਾ ਤਾਂ ਕਿ ਜਿਹੜੇ ਉਹ ਸੋਚ ਦੇ ਉੱਤੇ ਪਹਿਰਾ ਦਿੰਦੇ ਹੋਏ ਆਪਣੀਆਂ ਮੰਗਾਂ ਪੂਰੀਆਂ ਕਰਾਈਆਂ ਜਾਣ। ਅੱਛਾ, ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੈਂ ਇੱਕ ਆਮ ਪਰਿਵਾਰ ਚੋਂ ਆਉਣਾ ਹੈ, ਆਮ ਘਰ ਚੋਂ ਆਉਣਾ ਹੈ, ਤੇ ਹੁਣ ਅਸਲ 'ਚ ਆਮ ਆਦਮੀ ਜਿਹੜਾ ਹੈ ਉਹ ਮੁੱਖ ਮੰਤਰੀ ਬਣਿਆ ਹੈ। ਤੁਸੀਂ ਕਿਹੜੇ ਰਜਵਾੜੇ ਪਰਿਵਾਰ ਚੋਂ ਤਾਲੁਕ ਰੱਖਦੇ ਹੋ? ਦੇਖੋ ਜੀ, ਗੱਲ ਤਾਂ ਇਹੀ ਆ, ਜੇ ਉਹ ਆਮ ਮੁਲਾਜ਼ਮ ਆਮ ਗਰੀਬ ਪਰਿਵਾਰ 'ਚੋਂ ਆ, ਆਮ ਪਰਿਵਾਰ 'ਚੋਂ ਆ, ਤੇ ਆ ਜਿਹੜੇ ਹਜ਼ਾਰਾਂ ਸਾਥੀ ਬੈਠੇ ਨੇ ਜਾਂ ਪੰਜਾਬ 'ਚ ਬੈਠੇ ਨੇ, ਇਹ ਵੀ ਆਮ ਆ। ਉਹ ਕਹਿੰਦੇ ਮੇਰੇ ਪਰਿਵਾਰ 'ਚ ਬਹੁਤ ਸਾਰੇ ਜਿਹੜੇ ਮੇਰੇ ਪਰਿਵਾਰਿਕ ਮੈਂਬਰ ਨੇ ਉਹ ਸਰਕਾਰੀ ਨੌਕਰੀਆਂ ਕਰਦੇ ਨੇ। ਉਹ ਭਾਈ ਆਪਣੇ ਪਰਿਵਾਰਿਕ ਮੈਂਬਰਾਂ ਲਈ ਕੁਝ ਦੇ ਦਿਓ। ਰੋਜ਼ ਨਵਾਂ ਬਿਆਨ ਆਉਂਦਾ ਵੀ ਐਂ ਕਰ ਦਾਂਗੇ, ਉਹ ਕਰ ਦਾਂਗੇ, ਇਸ ਤਰ੍ਹਾਂ ਕਰ ਦਾਂਗੇ, ਲੇਕਿਨ ਇੰਪਲੀਮੈਂਟ ਕਿਹੜਾ ਹੋਇਆ? ਅਜੇ ਤੱਕ ਇੱਕ ਵੀ ਨਹੀਂ ਹੋਇਆ। ਕਿੱਦਣ ਇੰਪਲੀਮੈਂਟ ਕਰੋਗੇ? ਜਿੱਦਣ ਕੋਡ ਆਫ ਕੰਡਕਟ ਲੱਗ ਜੂ।
ਮੇਰੀ ਗੱਲ ਇਹ ਆ, ਮੇਰਾ ਸੁਝਾਅ ਆ ਇਸ ਗਵਰਨਮੈਂਟ ਨੂੰ, ਮੈਂ ਸਿੱਧਾ ਤਾਂ ਨਹੀਂ ਕਹਿ ਸਕਦਾ ਪਰ ਮੈਂ ਉਹਨਾਂ ਨੂੰ ਇੰਨਾ ਜ਼ਰੂਰ ਕਹਿਣਾ ਚਾਹਾਂਗਾ, ਮੁਲਾਜ਼ਮ ਨੇਤਾ ਹੋਣ ਦੇ ਨਾਤੇ ਬਿਆਨ ਘੱਟ ਦਿਓ, ਇੰਪਲੀਮੈਂਟੇਸ਼ਨ ਜ਼ਿਆਦਾ ਕਰੋ, ਕੰਮ ਕਰਕੇ ਦਿਖਾਓ, ਲੋਕਾਂ ਵਿੱਚ ਆਓ, ਫਿਰ ਬਿਆਨ ਦਿਓ। ਪਹਿਲੇ ਬਿਆਨ ਦੇ ਕੇ ਨਾ ਫਸੋ। ਹੁਣ ਇੱਕ ਬੰਨੇ ਵਿੱਤ ਮੰਤਰੀ ਕਹਿ ਰਿਹਾ ਮੇਰਾ ਖਜ਼ਾਨਾ ਖਾਲੀ ਆ, ਤੇ ਦੂਜੇ ਬੰਨੇ ਮੁੱਖ ਮੰਤਰੀ ਸਾਹਿਬ ਕਹ ਰਹੇ ਨਾ ਖਜ਼ਾਨਾ ਖਾਲੀ ਸੀ, ਨਾ ਹੋਊਗਾ ਤੇ ਨਾ ਹੈ, ਤੇ ਫਿਰ ਸਾਡਾ ਬੇਵਕੂਫ ਬਣਾਇਆ ਜਾ ਰਿਹਾ, ਪੰਜਾਬ ਦਾ ਬੇਵਕੂਫ ਬਣਾਇਆ ਜਾ ਰਿਹਾ। ਤੇ ਉਹ ਕਹਿੰਦੇ ਆਮ ਲੋਕਾਂ ਦੇ ਤਾਂ ਸਾਰੇ ਕੰਮ ਹੋਣਗੇ। ਹੁਣ ਮੁੱਖ ਮੰਤਰੀ ਜਿਹੜਾ ਆਮ ਪਰਿਵਾਰ ਚ ਬਣਿਆ ਹੈ ਤੇ ਆਮ ਲੋਕਾਂ ਦੇ ਸਾਰਿਆਂ ਦੇ ਕੰਮ ਹੁਣ ਹੋਣਗੇ। ਤਾਂ ਹੀ ਮੈਂ ਪੁੱਛਿਆ ਤੁਸੀਂ ਰਜਵਾੜੇ ਪਰਿਵਾਰ ਚ ਹੋਣੇ ਹੋ। ਲੱਗਦਾ ਤਾਂ ਐਂ ਹੀ ਆ, ਪ੍ਰਤੀਤ ਤਾਂ ਐਵੇਂ ਹੀ ਹੋ ਰਿਹਾ, ਜਿਵੇਂ ਦਾ ਉਹ ਬਿਹੇਵੀਅਰ ਕਰ ਰਿਹਾ ਸੀ ਰਜਵਾੜੇ ਆ ਤੇ ਉਹ ਆਮ। ਸੋ ਰਾਜ ਨਹੀਂ ਸੇਵਾ, ਉਹੀ ਲੋਕ ਰਜਵਾੜੇ ਕਹਿੰਦੇ ਰਹੇ ਆ, ਰਾਜ ਨਹੀਂ ਸੇਵਾ ਉਵੇਂ ਇਹ ਕਹਿੰਦੇ ਆ। ਆਮ ਖਾਸ ਨਹੀਂ ਆਮ, ਇਹੀ ਆਮ ਆਦਮੀ ਪਾਰਟੀ ਕਹਿੰਦੀ ਆ ਆਮ, ਤੇ ਟਿਕਟਾਂ ਉਹ ਵੀ ਉਹਨਾਂ ਨੂੰ ਦਿੰਦੇ ਜਿਹੜੇ ਉਹਨਾਂ ਨੂੰ ਮੈਨੂੰ ਲੱਗਦਾ ਵੀ ਰਜਵਾੜੇ ਆ, ਜਿਹੜੇ ਉਹਨਾਂ ਨੂੰ ਹੈਲਪ ਕਰ ਸਕਣ ਫਾਈਨੈਂਸ਼ੀਅਲੀ ਤੌਰ ਤੇ। ਇਹ ਸਾਰੀਆਂ ਪਾਰਟੀਆਂ ਦਾ ਇੱਕੋ ਹਾਲ ਆ, ਇਹਨਾਂ ਨੇ ਸਿਸਟਮ ਖਰਾਬ ਕੀਤਾ। ਜਿੰਨੀ ਦੇਰ ਤੱਕ ਇਹਨਾਂ ਨੂੰ ਨਹੀਂ ਘੇਰਿਆ ਜਾਏਗਾ ਸਾਡਾ ਸ਼ੋਸ਼ਣ ਹੋਣਾ। ਮੇਰੀ ਸੂਈ ਘੜੀ ਦੀ ਇੱਥੇ ਅਟਕੀ ਆ, ਇੱਥੇ ਅਟਕੀ ਰਹੂਗੀ। ਇਹਦਾ ਪ੍ਰਚਾਰ ਕੀਤਾ ਕਰਦਾ ਰਹਾਂਗਾ। ਸੋ ਜ਼ਰੂਰੀ ਨਹੀਂ ਮੈਂ ਇਲੈਕਸ਼ਨ ਲੜਾਂ, ਪਰ ਇਹ ਚੀਜ਼ ਦਾ ਪ੍ਰਚਾਰ ਕਰੂੰ। ਆਓ, ਦੋਸ਼ ਨਾ ਦਿਓ, ਆਪ ਕੰਮ ਕਰੋ। ਮੈਨੂੰ ਲੱਗਦਾ ਕਿ ਮੈਨੂੰ ਅੱਗੇ ਆਉਣ ਜਿਹੜਾ ਮੈਂ ਕਰ ਰਿਹਾ, ਜਿਹਨੂੰ ਲੱਗਦਾ ਉਹ ਅੱਗੇ ਆ, ਜਿਹੜਾ ਇਸ ਸੋਚ ਨਾਲ ਸਹਿਮਤ ਆ ਵੀ ਸਾਨੂੰ ਰਾਜਨੀਤਿਕ ਜਿਹੜਾ ਸਿਸਟਮ ਉਹਨੂੰ ਠੀਕ ਕਰਨਾ ਚਾਹੀਦਾ, ਇਸ ਸਿਸਟਮ ਨੂੰ ਠੀਕ ਕਰਨਾ ਚਾਹੀਦਾ, ਉਹ ਸਾਂਝੇ ਮੁਲਾਜ਼ਮ ਮੰਚ ਨਾਲ ਚੱਲਣਗੇ। ਇਸ ਸੋਚ ਦੇ ਉੱਤੇ ਅਸੀਂ ਸਾਰੇ ਇਕੱਠੇ ਹੋ ਕੇ ਅਗਲੀ ਜਿਹੜਾ ਵਾ ਲੜਾਈ ਲੜਾਂਗੇ, ਜਿੱਤ ਪੱਕੀ ਹਾਸਲ ਕਰਾਂਗੇ। ਜਿੱਤ ਪੱਕੀ ਹਾਸਿਲ ਹੋਵੇਗੀ। ਮੈਮ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਦੇ ਕੰਮਕਾਜ ਨੂੰ ਦੇਖ ਕੇ? 1 ਮਹੀਨਾ ਹੋ ਚੁੱਕਿਆ ਹੈ ਨਵੀਂ ਸਰਕਾਰ ਨੂੰ, ਕੈਪਟਨ ਸਾਹਿਬ ਹਟੇ ਨੇ ਤੇ ਚੰਨੀ ਸਾਹਿਬ ਆਏ ਨੇ, ਤੇ ਹੋ ਰਿਹਾ ਕੰਮ ਕੁਝ ਮੁਲਾਜ਼ਮਾਂ ਬਾਰੇ। ਉਹ ਕਹਿੰਦੇ ਮੇਰੇ ਪਰਿਵਾਰ 'ਚ ਮੁਲਾਜ਼ਮ ਬਹੁਤ ਨੇ। ਪਰਿਵਾਰ 'ਚ ਮੁਲਾਜ਼ਮ ਉਹਨਾਂ ਦੇ ਬਹੁਤ ਹੈ, ਮੁਲਾਜ਼ਮ ਆਪਾਂ ਸਾਰੇ ਅੱਜ ਇੱਥੇ ਬੈਠੇ ਆ। ਇਸ ਤੋਂ ਤੁਸੀਂ ਲਾ ਲਓ ਅੰਦਾਜ਼ਾ ਕਿ ਕੀ ਕੰਮ ਹੋ ਰਿਹਾ। ਹੁਣ ਦੇਖੋ ਜਿਹੜਾ ਸਾਡਾ ਪੁਰਾਣਾ ਇਤਿਹਾਸ ਹੈ, ਜੇ ਹੁਣ ਜਿਹੜੀ ਪਹਿਲਾਂ ਕਾਂਗਰਸ ਸਰਕਾਰ ਸੀ, ਜਦੋਂ ਸਾਡੀ 1992 ਦੇ ਵਿੱਚ ਜੌਬ ਲੱਗੀ ਸੀਗੀ ਫਸਟ ਟਾਈਮ, ਪਹਿਲੀ ਵਾਰੀ ਉਦੋਂ ਸਾਨੂੰ ਬੋਨਸ ਮਿਲਿਆ ਸੀਗਾ। ਮੈਂ ਪਹਿਲੀ ਵਾਰੀ ਆਪਣੀ ਲਾਈਫ ਦੇ ਵਿੱਚ ਉਦੋਂ ਜੁਆਇਨ ਕੀਤਾ ਸੀ, ਤੇ ਅੱਜ ਤੋਂ ਬਾਅਦ ਮੇਰੀ 30 ਸਾਲ ਦੀ 29 ਸਾਲ ਦੀ ਜੌਬ ਹੋ ਗਈ, ਕੰਟੀਨਿਊ 30 ਚੱਲ ਰਿਹਾ ਹੈ ਨਾ। ਤੇ ਅੱਜ ਤੱਕ ਉਸ ਤੋਂ ਬਾਅਦ ਸਾਨੂੰ ਕਦੀ ਬੋਨਸ ਨਹੀਂ ਮਿਲਿਆ। ਉਸ ਟਾਈਮ ਕਾਂਗਰਸ ਦੀ ਸਰਕਾਰ ਸੀ। ਹੌਲੀ ਹੌਲੀ ਕਾਂਗਰਸ ਤੋਂ ਬਾਅਦ ਅਕਾਲੀਆਂ ਦੀ ਸਰਕਾਰ ਆਈ, ਉਹਨਾਂ ਨੇ ਵੀ ਇਸ ਤਰ੍ਹਾਂ ਦੇ ਕੰਮ ਕੀਤੇ। ਮਤਲਬ ਕਿ ਸਾਡੀਆਂ ਜਿਹੜੀਆਂ ਰਾਜਨੀਤੀ ਸੀ ਸਾਡੀ, ਉਹ ਦਿਨੋਂ ਦਿਨ ਗੰਦਲੀ ਹੁੰਦੀ ਗਈ, ਉਹਦੇ ਵਿੱਚ ਕਰਪਸ਼ਨ ਘੁਲਦੀ ਗਈ। ਤੁਸੀਂ ਦੇਖ ਹੀ ਰਹੇ ਹੋ ਸਾਡੇ ਦੇਸ਼ ਦਾ ਕੀ ਹਾਲ ਹੈ। ਸਾਡਾ ਸਿਸਟਮ ਜਿਹੜਾ ਪੂਰਾ ਖਰਾਬ ਹੋ ਚੁੱਕਿਆ, ਪੂਰਾ ਗੰਦਲਾ ਹੋ ਚੁੱਕਿਆ। ਇਹਨੂੰ ਸਾਫ਼ ਕਰਨ ਲਈ ਹੁਣ ਸਾਨੂੰ ਸਾਰੇ ਪੰਜਾਬ ਦੇ ਯੰਗ ਜਨਰੇਸ਼ਨ ਨੂੰ, ਸਾਨੂੰ ਮੁਲਾਜ਼ਮਾਂ ਨੂੰ ਅੱਗੇ ਆਉਣਾ ਪਵੇਗਾ, ਤਾਂ ਹੀ ਇਹ ਗੰਦ ਸਾਫ਼ ਕੀਤਾ ਜਾਊਗਾ। ਜਿਵੇਂ ਕਿ ਹੁਣ ਦੀਵਾਲੀ ਆ ਰਹੀ ਸੀ, ਸਾਡੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਜੀ ਤੁਹਾਨੂੰ ਹੁਣੇ ਦੱਸ ਕੇ ਗਏ ਆ ਕਿ ਉਹ ਬੈਕਫੁੱਟ ਤੇ ਜਾ ਰਹੇ ਸੀ। ਕਿਉਂ ਜਾ ਰਹੇ ਸੀ? ਲੋਕਾਂ ਦੀਆਂ ਗੱਲਾਂ ਕਰਕੇ, ਹਨਾ। ਪਰ ਹੁਣ ਉਹਨਾਂ ਨੇ ਆਪਣੇ ਮੁਲਾਜ਼ਮਾਂ ਨੂੰ ਆਪਣੀ ਸਿੰਪਥੀ ਸੇਖ, ਉਹਨਾਂ ਨੇ ਮੁਲਾਜ਼ਮਾਂ ਦੇ ਮੋਢੇ ਨਾਲ ਮੋਢਾ ਜੋੜਦੇ ਹੋਏ ਉਹ ਅੱਗੇ ਆਏ ਕਿ ਸਾਡੇ ਮੁਲਾਜ਼ਮ ਫਿਰ 4 ਸਾਲਾਂ ਦੀ ਤਰ੍ਹਾਂ ਫਿਰ ਉਹਨਾਂ ਦੀ ਕਾਲੀ ਦੀਵਾਲੀ ਹੋ ਰਹੀ ਆ, ਕੁਝ ਵੀ ਨਹੀਂ ਮਿਲ ਰਿਹਾ। ਤੇ ਅੱਗੇ ਸਾਨੂੰ 6-6 ਮਹੀਨੇ ਬਾਅਦ ਡੀਏ ਮਿਲਦਾ ਸੀਗਾ, ਤੇ ਮੁਲਾਜ਼ਮ ਦੀ ਜਿਹੜੀ ਆ ਤਨਖਾਹ ਜਿਹੜੀ ਆ 1000 1500 2000 ਵੱਧ ਜਾਂਦੀ ਸੀ। ਜਿਹੜੀ ਹੁਣ ਸਾਡੀ ਕੀ ਹੈ 7-8 ਸਾਲ ਤੋਂ ਕਦੀ ਤਨਖਾਹ ਨਹੀਂ ਵਧੀ, ਹਨਾ। ਪਹਿਲਾਂ ਬਾਬਾ ਜੀ ਸੀਗੇ, ਉਹ ਬਾਬਾ ਜੀ ਸਾਡਾ 23 ਮਹੀਨਿਆਂ ਦਾ ਏਰੀਅਰ ਵੀ ਖਾ ਗਏ, ਕੱਚੀ ਭਰਤੀ ਕਰ ਗਏ, ਮੁਲਾਜ਼ਮਾਂ ਨੂੰ ਕੰਟਰੈਕਟ ਦੀ ਰੀਤ ਪਾ ਗਏ। ਅਸੀਂ ਉਦੋਂ ਨਹੀਂ ਬੋਲੇ। ਇਹ ਸਾਡੀਆਂ ਗਲਤੀਆਂ, ਉਹਨਾਂ ਗਲਤੀਆਂ ਦਾ ਖਮਿਆਜਾ ਅੱਜ ਸਾਨੂੰ ਭੁਗਤਣਾ ਪੈ ਰਿਹਾ ਕਿ ਅਸੀਂ ਦਰੀਆਂ ਤੇ ਬੈਠੇ ਹਾਂ। ਪਰ ਹੁਣ ਅਸੀਂ ਜਾਗਰੂਕ ਹੋ ਗਏ ਹਾਂ, ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨਾਲ ਇਹ ਨਹੀਂ ਹੋਣ ਦੇਵਾਂਗੇ। ਸਾਡੀ ਜਿਹੜੀ ਕੱਚੀ ਭਰਤੀ ਆ, ਸਾਡੀ ਇਹ ਮੰਗ ਹੈ ਕਿ ਉਹਨੂੰ ਬੰਦ ਕੀਤਾ ਜਾਵੇ। ਮੁੱਖ ਮੰਤਰੀ ਸਾਹਿਬ ਨੂੰ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤਾ ਜਾਵੇ। ਆਊਟਸੋਰਸਿੰਗ ਭਰਤੀ ਬੰਦ ਕੀਤੀ ਜਾਵੇ, ਤੇ ਜਿਹੜਾ ਪੇ ਕਮਿਸ਼ਨ ਹੈ ਉਹਦੀ ਰਿਪੋਰਟ ਜਿਹੜੀ ਆ ਉਹ ਸੋਧ ਕੇ ਪੇਸ਼ ਕੀਤੀ ਜਾਵੇ। ਸਾਡੇ ਡੀਏ ਦਾ ਏਰੀਅਰ ਜਿਹੜਾ ਉਹ ਸਾਨੂੰ ਦਿੱਤਾ ਜਾਵੇ। ਸਾਡੀ ਡੀਏ ਦੀ ਏਰੀਅਰ ਨਾਲ ਹੀ ਸਾਡੀ ਕਾਫੀ ਤਨਖਾਹ ਵੱਧ ਜਾਂਦੀਆਂ ਸੀ। ਉਹ ਸਾਡਾ ਡੀਏ ਦਾ ਏਰੀਅਰ ਇਹ ਵੱਡੇ ਖਾਤੇ ਪਾ ਰਿਹਾ, ਪਰ ਇਹ ਜਿਹੜੇ EMPLOYEES ਕਦੀ ਵੀ ਮਨਜ਼ੂਰ ਨਹੀਂ ਕਰਨਗੇ। ਅਸੀਂ ਆਪਣੇ ਹੱਕ ਲੈ ਕੇ ਰਵਾਂਗੇ, ਆਪਣੇ ਹੱਕਾਂ ਖਾਤਰ ਲੜਦੇ ਰਵਾਂਗੇ। ਬਿਲਕੁਲ ਆਪਣੇ ਹੱਕ ਲੈ ਕੇ ਰਹਾਂਗੇ। ਬਾਕੀ ਜਿਹੜੇ ਹੋਰ ਮੁਲਾਜ਼ਮ ਬੈਠੇ ਨੇ, ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲਬਾਤ ਕਰੀਏ ਅਸੀਂ ਬੈਠ ਕੇ। ਠੀਕ ਹੈ, ਮੈਡਮ ਦੇਤੀ ਅਸੀਂ, ਉਹ ਵੀ ਜਰ ਲਈ, ਕੋਈ ਗੱਲ ਨਹੀਂ। ਕਹਿੰਦੇ ਸਤਿ ਸ਼੍ਰੀ ਅਕਾਲ ਮੈਮ। ਅਸੀਂ ਕਿਹਾ ਚੱਲ ਕੋਈ ਗੱਲ ਨਹੀਂ, ਤਨਖਾਹ ਵਿੱਤ ਮੰਤਰੀ ਕਹਿੰਦੇ ਨੇ ਵੀ ਸਾਡਾ ਖਜ਼ਾਨਾ ਖਾਲੀ ਹੈ, ਚੰਨੀ ਸਾਹਿਬ ਕਹਿੰਦੇ ਨੇ ਖਜ਼ਾਨੇ 'ਚ ਤਾਂ ਪੈਸੇ ਬਹੁਤ ਪਏ ਹੈ, ਜਿਹੜਾ ਮਰਜ਼ੀ ਕੰਮ ਕਰਵਾ ਲਓ। ਫਿਰ ਮੁਲਾਜ਼ਮ ਕਿਉਂ ਪਰੇਸ਼ਾਨ ਹੈ? ਮੁਲਾਜ਼ਮ ਇਸ ਲਈ ਪਰੇਸ਼ਾਨ ਹੈ ਕਿ ਇਹਨਾਂ ਕੋਲ ਮੰਨਿਆ ਖਜ਼ਾਨਾ ਖਾਲੀ ਨਹੀਂ ਹੈ, ਅਸੀਂ ਵੀ ਮੰਨਦੇ ਹਾਂ, ਬਿਹਤਰ ਕੰਮ ਕੀਤਾ। ਬਟ ਇਹਨਾਂ ਨੇ ਜਿਹੜਾ ਇਹਨਾਂ ਦੀ ਨੀਅਤ ਹੀ ਨਹੀਂ ਹੈ ਕਿ ਮੁਲਾਜ਼ਮਾਂ ਦੀਆਂ ਜਿਹੜੀਆਂ ਡਿਮਾਂਡਾਂ ਨੇ ਉਹ ਸਾਡੀਆਂ ਕੋਈ
ਅਸੀਂ ਕੋਈ ਭੀਖ ਨਹੀਂ ਮੰਗ ਰਹੇ, ਆਪਣੇ ਹੱਕ ਮੰਗ ਰਹੇ ਹਾਂ। ਸਾਡਾ 6ਵਾਂ ਪੇ ਕਮਿਸ਼ਨ ਹੈ, 2016 ਤੋਂ ਡਿਊ ਪਿਆ ਹੈ। ਕੈਪਟਨ ਸਾਹਿਬ ਵੀ ਚਲੇ ਗਏ, ਉਹ ਵੀ ਕੁਝ ਨਹੀਂ ਦੇ ਕੇ ਗਏ। ਹੁਣ ਚੰਨੀ ਸਾਹਿਬ ਜੀ ਤੋਂ ਸਾਨੂੰ ਬਹੁਤ ਉਮੀਦਾਂ ਨੇ ਕਿ ਇਹ ਜ਼ਰੂਰ ਦੇ ਕੇ ਜਾਣਗੇ, ਸਾਡੀਆਂ ਜੋ ਪੈਂਡਿੰਗ ਡਿਮਾਂਡਾਂ ਨੇ ਜ਼ਰੂਰ ਪੂਰੀਆਂ ਕਰਕੇ ਜਾਣਗੇ। ਉਸੇ ਵਾਸਤੇ ਹੀ ਅਸੀਂ ਅੱਜ ਸਟ੍ਰਾਈਕ ਤੇ ਬੈਠੇ ਹੋਏ ਹਾਂ। 3 ਦਿਨ ਦੀ ਪੈਨ ਡਾਊਨ ਸਟ੍ਰਾਈਕ ਹੈ ਸਾਡੀ, ਜਿੰਦੇ 'ਚ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ, ਇਹ ਤਾਂ ਇੱਕ ਟ੍ਰੇਲਰ ਹੈ, ਇਹ ਸਾਡੀ ਹੁਣ ਆਰ ਪਾਰ ਦੀ ਲੜਾਈ ਸ਼ੁਰੂ ਹੋ ਗਈ ਹੈ। ਸਰਕਾਰ ਨੂੰ ਇਹ ਅਸੀਂ ਬੇਨਤੀ ਕਰਦੇ ਹਾਂ, ਸਾਨੂੰ ਕੋਈ ਸ਼ੌਂਕ ਨਹੀਂ ਹੈ ਪੈਨ ਡਾਊਨ ਸਟ੍ਰਾਈਕ ਕਰਨ ਦਾ। ਅਸੀਂ ਚਾਹੁੰਦੇ ਹਾਂ ਸਾਡੀਆਂ ਜੋ ਡਿਮਾਂਡਾਂ ਨੇ, ਸਾਡੇ ਜੋ ਹੱਕ ਨੇ ਸਾਨੂੰ ਦਿੱਤੇ ਜਾਣ, ਸਾਡੇ ਜਾਇਜ਼ ਹੱਕ ਨੇ ਔਰ ਜਲਦੀ ਹੀ ਦਿੱਤੇ ਜਾਣ, ਤਾਂ ਜੋ ਅਸੀਂ ਚੰਨੀ ਸਾਹਿਬ ਕਹਿੰਦੇ ਨੇ ਮੇਰੇ ਪਰਿਵਾਰ ਵਿੱਚ ਵੀ ਕਈ ਮੁਲਾਜ਼ਮ ਨੇ, ਮੈਂ ਉਹਨਾਂ ਦੀ ਧਰਮ ਪਤਨੀ ਜੋ ਨੇ ਉਹ ਮੈਡਮ ਉਹ ਸ਼ਾਇਦ ਐਸਐਮਓ ਨੇ, ਉਹਨਾਂ ਦੇ ਬ੍ਰਦਰ ਵੀ ਇੱਕ ਐਸਐਮਓ ਨੇ। ਉਹ ਕਹਿੰਦੇ ਮੇਰੇ ਪਰਿਵਾਰ 'ਚ ਖੁਦ ਮੁਲਾਜ਼ਮ ਨੇ, ਤੇ ਉਹ ਮੁਲਾਜ਼ਮ ਨਹੀਂ ਦੱਸਦੇ ਉਹਨਾਂ ਨੂੰ ਵੀ ਮੁਲਾਜ਼ਮਾਂ ਦਾ ਹਾਲ ਕੀ ਹੈ। ਸਰ ਇਹ ਤਾਂ ਉਹਨਾਂ ਨੂੰ ਖੁਦ ਨੂੰ ਸਮਝਣਾ ਚਾਹੀਦਾ ਹੈ। ਕਹਿੰਦੇ ਨਾ ਕਿ ਆਪਣਾ ਮੁਲਾਜ਼ਮ ਭਾਈ ਹੀ ਸਮਝ ਸਕਦਾ ਦਰਦ, ਜਿਹੜੇ ਮੇਰੇ ਹੋਰ ਮੁਲਾਜ਼ਮ ਭੈਣ ਭਰਾ ਨੇ ਉਹ ਸਮਝ ਸਕਦੇ ਨੇ, ਇਸ ਤਰ੍ਹਾਂ ਉਹ ਵੀ ਸਮਝ ਸਕਦੇ ਨੇ, ਉਹ ਵੀ ਸਮਝਦੇ ਨੇ। ਪਰ ਮੈਨੂੰ ਲੱਗ ਰਿਹਾ ਸ਼ਾਇਦ ਸਾਡੇ ਐਫਐਮ ਸਾਹਿਬ ਨੇ, ਜਿਹੜਾ ਮਨਪ੍ਰੀਤ ਬਾਦਲ ਜੀ, ਜਿਨ੍ਹਾਂ ਦਾ ਅਸੀਂ ਪਿੱਟ ਸਿਆਪਾ ਕਾਫੀ 2016 ਤੋਂ ਕਰਦੇ ਆ ਰਹੇ ਹਾਂ ਔਰ ਹੁਣ ਵੀ ਸਾਨੂੰ ਕਰਨ ਲਈ ਵਿਵਸ਼ ਕੀਤਾ ਜਾ ਰਿਹਾ ਹੈ, ਉਹਨਾਂ ਦੇ ਕਾਰਨ ਹੀ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਲੱਗ ਰਿਹਾ ਕਿ ਇਹਨਾਂ ਦੀ ਡਿਮਾਂਡਾਂ ਕਿਵੇਂ ਪੂਰੀਆਂ ਕਰਾਂ। ਉਹ ਚਾਹੁੰਦੇ ਨੇ ਦਿਲ ਤੋਂ ਕਰਨੀਆਂ, ਪਰ ਵਿੱਤ ਮੰਤਰੀ ਜੀ ਉਹਨਾਂ ਨੂੰ ਕੋਈ ਭੁਲੇਖੇ ਪਾ ਰਹੇ ਨੇ। ਤੇ ਮੇਰੀ ਵਿੱਤ ਮੰਤਰੀ ਜੀ ਨੂੰ ਵੀ ਬੇਨਤੀ ਹੈ ਕਿ ਜਲਦੀ ਜਲਦੀ ਸਾਡੀਆਂ ਪ੍ਰਵਾਨ ਕਰਵਾਉਣ ਇਹ ਡਿਮਾਂਡਾਂ ਔਰ ਇਹ ਮੁਲਾਜ਼ਮਾਂ ਦੇ ਦਰਦ ਨੂੰ ਸਮਝਣ। ਹੁਣ ਦੀਵਾਲੀ ਵੀ ਆ ਰਹੀ ਹੈ ਔਰ ਇਹ ਦੀਵਾਲੀ ਅਸੀਂ ਮਨਾਉਣਾ ਚਾਹੁੰਦੇ ਹਾਂ। ਅਸੀਂ ਪਿਛਲੇ 4 ਸਾਲਾਂ ਤੋਂ ਜਿਹੜੀ ਕਾਲੀ ਦੀਵਾਲੀ ਮਨਾ ਰਹੇ ਹਾਂ ਔਰ ਸਾਡੀ ਮੁੜ ਇਹੋ ਹੀ ਬੇਨਤੀ ਹੈ ਕਿ ਸਾਡੀਆਂ ਡਿਮਾਂਡਾਂ ਪੂਰੀਆਂ ਕੀਤੀਆਂ ਜਾਣ। ਜੇਕਰ ਸਰਕਾਰ ਤੁਹਾਡੀ ਗੱਲ, ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਫਿਰ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਖਮਿਆਜ਼ਾ ਭੁਗਤਣਾ ਪਏਗਾ ਕਾਂਗਰਸ ਨੂੰ। ਬਿਲਕੁਲ ਜੀ, ਬਿਲਕੁਲ ਖਮਿਆਜ਼ਾ ਬਿਲਕੁਲ ਭੁਗਤਣਾ ਪਏਗਾ। ਪਹਿਲਾਂ ਬਾਦਲ ਸਰਕਾਰ ਜਿਹੜੀ ਸੀ, ਅਕਾਲੀਆਂ ਦੀ ਸਰਕਾਰ ਸੀ, ਉਹਨਾਂ ਨੇ ਲੁੱਟਿਆ, ਫਿਰ ਹੁਣ ਕਾਂਗਰਸ ਸਰਕਾਰ ਹੈ ਉਹ ਸਾਨੂੰ ਲੁੱਟ ਰਹੀ ਹੈ। ਇਹ ਤਾਂ ਪਾਰਟੀਬਾਜ਼ੀਆਂ ਹੀ ਦਿਖਾ ਰਿਹਾ ਨਾ, ਇਹ ਮੁਲਾਜ਼ਮਾਂ ਦੇ ਪ੍ਰਤੀ ਤਾਂ ਨਹੀਂ ਕੁਝ ਕਰ ਰਹੇ ਨਾ। ਸਰਕਾਰ ਬਣੀ ਹੈ, ਇਹ ਕੋਈ ਪਾਰਟੀਬਾਜ਼ੀ ਕਰਨ ਨਹੀਂ ਆਈ, ਇਹ ਮੁਲਾਜ਼ਮਾਂ ਦੇ ਹੱਕਾਂ ਵਾਸਤੇ ਸਾਡੀ ਬਣਾਈ ਹੋਈ ਸਰਕਾਰ ਹੈ, ਪਰ ਸਾਡੇ ਹੀ ਹੱਕਾਂ ਨੂੰ ਖਾ ਰਹੀ ਹੈ, ਬਾੜੀ ਖੇਤਾਂ ਨੂੰ ਖਾਣ ਲੱਗ ਗਈ ਹੈ। ਤੇ ਇਸ ਲਈ ਉਹਨਾਂ ਨੂੰ ਇਹਦਾ ਖਮਿਆਜ਼ਾ ਭੁਗਤਣਾ ਪਏਗਾ। ਜੇ ਅੱਜ ਸਰਕਾਰ ਇਹ ਬਣੀ ਹੈ, ਇਹਨਾਂ ਨੂੰ ਕੁਰਸੀ ਤੇ ਬਿਠਾਇਆ, ਉਹ ਬਣਾਉਣ ਵਾਲੀ ਜਨਤਾ ਹੈ। ਅਸੀਂ ਮੁਲਾਜ਼ਮ, ਅਸੀਂ ਸਾਰੇ ਵੋਟਰ ਆ, ਅਸੀਂ ਸਭ ਤੋਂ ਪਹਿਲਾਂ ਇੱਕ ਵੋਟਰ ਰਹਿ ਗਏ, ਅਸੀਂ ਜਨਤਾ ਹੈ ਜਿਨ੍ਹਾਂ ਨੇ ਇਹਨਾਂ ਨੂੰ ਬਿਠਾਇਆ, ਤੇ ਉਹੀ ਇਹਨਾਂ ਨੂੰ ਉਤਾਰਨ ਵਾਲੀ ਬਣੇਗੀ ਇਹਨਾਂ ਦੇ ਮਾੜੇ ਕਰਮਾਂ ਦੇ ਕਾਰਨ। ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤਾਂ ਇਹ ਫਿਲਹਾਲ ਜੋ ਮੁਲਾਜ਼ਮ ਨੇ ਆਪਣੀਆਂ ਮੰਗਾਂ ਤੇ ਅੜਿੱਗ ਨੇ, ਤੇ ਜਿਵੇਂ ਮੈਂ ਪਹਿਲਾਂ ਸ਼ੁਰੂਆਤ ਕੀਤੀ ਸੀ ਵੀ ਬਿਨਾਂ ਇੰਜਨ ਤੋਂ ਕੋਈ ਵੀ ਗੱਡੀ ਨਹੀਂ ਚੱਲਦੀ, ਚਾਹੇ ਉਹ ਰੇਲ ਗੱਡੀ ਹੋਵੇ, ਚਾਹੇ ਮੋਟਰ ਕਾਰ ਹੋਵੇ। ਤੇ ਸਰਕਾਰ ਦੇ ਵਿੱਚ ਮੁੱਖ ਮੰਤਰੀ ਹੋਣ ਚਾਹੇ ਕੈਬਨਿਟ ਮੰਤਰੀ ਹੋਣ, ਬਿਨਾਂ ਮੁਲਾਜ਼ਮਾਂ ਤੋਂ, ਕਿਉਂਕਿ ਮੁਲਾਜ਼ਮ ਇੰਜਨ ਹੁੰਦੇ ਨੇ, ਬਿਨਾਂ ਮੁਲਾਜ਼ਮਾਂ ਤੋਂ ਵੀ ਸਰਕਾਰ ਨਹੀਂ ਚੱਲਦੀ। ਮੁਲਾਜ਼ਮਾਂ ਨੂੰ ਨਾਰਾਜ਼ ਕਰਕੇ ਆਖਰ ਕਾਂਗਰਸ 2022 ਦੇ ਵਿੱਚ ਜਿੱਤ ਦਾ ਸੁਪਨਾ ਲੈ ਸਕਦੀ ਹੈ? ਬੜਾ ਵੱਡਾ ਸਵਾਲ ਹੈ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।